ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਪੰਚ ਪਦਾ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਸੰਤੋ ਇਹਾ ਬਤਾਬੋ ਕਾਰੀ, ਜਿਤ ਹਉ ਮੈਂ ਗਰਭ ਨਿਬਾਰੀ। ਰਹਾਉ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾਂ ਸਗਲ ਰੇ ਨਾਰੀ। ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਚੁਕੈ ਭੀਤ ਪਰਮਾਰੀ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਪਾਈਐ ਗੁਰੂ ਦੁਆਰੀ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲ ਰੋਗ ਬਿਦਾਰੀ। ਕਹੋ ਨਾਨਕ ਜਿਸ ਮਸਤਕ ਲਿਖਿਆ, ਤਿਸ ਗੁਰ ਮਿਲ ਰੋਗ ਬਿਦਾਰੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਨੂੰ ਕਰੀਏ ਇਕਾਗਰ, ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਭਾਗਾਂ ਦੇ ਨਾਲ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਆਪਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਤਸੰਗ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਸਤਸੰਗ ਤੋਂ ਬਿਨਾਂ ਮਨੁੱਖ ਦੇ ਮਨ ਨੂੰ ਮੈਲ ਲੱਗਦੀ ਜਾਂਦੀ ਹੈ। ਮਨੁੱਖ ਦੀ ਪਰਮਾਤਮਾ ਤੋਂ ਪਈ ਹੋਈ ਦੂਰੀ ਵੱਧਦੀ ਜਾਂਦੀ ਹੈ। ਮਨੁੱਖ ਸਫਲ ਜੀਵਨ ਜਿਉ ਨਹੀਂ ਸਕਦਾ, ਪੂਰਾ ਅੰਦਰੋਂ ਹੋ ਨਹੀਂ ਸਕਦਾ। ਆਪਣਾ ਕਾਰਜ ਜਿਹੜਾ ਕਰਨ ਆਇਆ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਉਹ ਕਰ ਨਹੀਂ ਸਕਦਾ। ਇਸ ਕਰਕੇ ਅਧੂਰਾ ਹੀ ਜ਼ਿੰਦਗੀ ਜਿਉਂ ਕੇ ਇੱਥੋਂ ਚਲਿਆ ਜਾਂਦਾ। ਅਗਰ ਮਨੁੱਖ ਨੂੰ ਸਤਸੰਗ ਦੀ ਪ੍ਰਾਪਤੀ ਹੋ ਜਾਵੇ, ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ। ਸਤਸੰਗਤ ਵੀ ਐਸੀ ਹੋਵੇ ਜਿੱਥੇ ਨਾਮ ਦਾ ਵਿਖਿਆਨ ਹੋਵੇ, ਜਿੱਥੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਹੋਵੇ, ਜਿੱਥੇ ਹੋਵੇ ਕਿ ਉਹ ਪ੍ਰਮਾਤਮਾ ਤੋਂ ਅਸੀਂ ਟੁੱਟੇ ਹੋਏ ਹਾਂ, ਪ੍ਰਮਾਤਮਾ ਦੇ ਨਾਲ ਮਿਲਾਪ ਕਿਵੇਂ ਹੋ ਸਕਦਾ। ਬਸ ਕਾਰਨ ਕੀ ਹੈ? ਉਹ ਕਾਰਨ ਜਦੋਂ ਮਨੁੱਖ ਨੂੰ ਪਤਾ ਲੱਗ ਜਾਂਦਾ, ਮਨੁੱਖ ਆਪਣੇ ਆਪ 'ਤੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਅਤੇ ਆਪਣੇ ਉਹ ਕਾਰਨ, ਉਹ ਔਗਣ ਖਤਮ ਕਰਕੇ ਪਰਮਾਤਮਾ ਵਾਹਿਗੁਰੂ ਦੀ ਪ੍ਰਾਪਤੀ ਕਰ ਲੈਂਦਾ। ਇਹ ਅਮੋਲਕ ਸਮਾਂ ਤਾਂ ਕਿਹਾ ਜਾਂਦਾ ਬਈ ਇਹ ਅੰਦਰਲਾ ਕਾਰਜ ਜਿਹੜਾ ਧਿਆਨ ਦੇ ਨਾਲ
ਗੁਰਬਾਣੀ ਨੂੰ ਸੁਣਦਾ ਸਮਝਦਾ ਆਪਣੇ ਉੱਪਰ ਢਕਾਉਂਦਾ ਉਸੇ ਦਾ ਹੀ ਹੁੰਦਾ ਭਾਈ। ਨਹੀਂ ਤਾਂ ਸਾਨੂੰ ਹਉਮੈ ਹੋ ਜਾਂਦੀ ਹੈ। ਹਉਮੈ ਦਾ ਪਤਾ ਵੀ ਨਹੀਂ ਲੱਗਦਾ, ਕਿਉਂਕਿ ਇੱਕ ਕੰਮ ਤਾਂ ਇਹ ਸਾਰੇ ਪਹਿਲਾਂ ਸਮਝ ਲਈਏ ਬਈ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਸਾਡੇ ਸਾਰਿਆਂ ਦੀ ਵਿਛੋੜਾ ਪਿਆ ਹੋਇਆ ਪ੍ਰਮਾਤਮਾ ਤੋਂ, ਅਕਾਲ ਪੁਰਖ ਤੋਂ, ਵਾਹਿਗੁਰੂ ਤੋਂ। ਜਿਹਨੇ ਤਾਂ ਭਾਈ ਗੁਰੂ ਦੇ ਨਾਲ ਮਿਲ ਕੇ ਕਾਰਜ ਕਰ ਲਿਆ ਆਪਦਾ, ਉਹ ਤਾਂ ਠੀਕ ਆ, ਉਹ ਤਾਂ ਧੰਨ ਭਾਗ ਆ। ਪਰ ਜਿਨ੍ਹਾਂ ਦਾ ਨਹੀਂ ਹੋਇਆ ਉਹ ਅਸੀਂ ਗੁਰੂ ਦੇ ਲੜ ਲੱਗ ਕੇ ਆਪਣਾ ਅੰਦਰਲਾ ਕਾਰਜ ਕਰ ਸਕਦੇ ਹਾਂ। ਹੁਣ ਸਾਡੇ ਕੋਲੇ ਮੌਕਾ, ਸਾਡੀ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਹੋ ਸਕਦਾ। ਸਤ ਸੰਗਤ ਦੇ ਵਿੱਚ ਬੈਠ ਕੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਵੀ ਕਾਰਨ ਕੀ ਆ ਵਿਛੋੜੇ ਦਾ। ਵਿਛੋੜੇ ਦਾ ਕਾਰਨ ਗੁਰੂ ਬਾਬਾ ਜੀ ਦੱਸਦੇ ਆ ਭਾਈ ਹਉਮੈ ਆ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਹਉਮੈ ਦੀ ਕੰਧ ਆ ਭਾਈ, ਜੋ ਗੁਰੂ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ, ਗੁਰਪ੍ਰਸਾਦ ਤੋਂ ਬਿਨਾਂ, ਇਹ ਆਪਣੇ ਅੰਦਰ ਕੰਮ ਕਰਨ ਤੋਂ ਬਿਨਾਂ ਟੁੱਟਣੀ ਨਹੀਂ, ਤੇ ਟੁੱਟੇ ਤੋਂ ਬਿਨਾਂ ਆਨੰਦ ਨਹੀਂ ਆਉਣਾ। ਤੇਰਾ ਅੰਦਰੋਂ ਪਰਮਾਤਮਾ ਦਾ ਨਾਲ ਮਿਲਾਪ ਨਹੀਂ ਹੋਣਾ। ਤੇ ਹਉਮੈ ਦੇ ਵਿੱਚ ਮਨੁੱਖ ਆ ਕੇ ਸਾਰੀ ਉਮਰ ਸੁਖੀ ਨਹੀਂ ਹੁੰਦਾ। ਹਉਮੈ ਵਾਲਾ ਬੰਦਾ ਕਦੇ ਵੀ ਅੰਦਰੋਂ ਤੜਫਦਾ ਰਹਿੰਦਾ, ਅੰਦਰੋਂ ਰਿੱਝਦਾ ਰਹਿੰਦਾ। ਇਹ ਬਹੁਤ ਭਿਆਨਕ ਰੋਗ ਆ। ਸਭ ਤੋਂ ਭਿਆਨਕ ਰੋਗ ਇਹ ਹੈ। ਇੱਥੋਂ ਬਾਕੀ ਦੇ ਰੋਗ ਸਾਰੇ ਸ਼ੁਰੂ ਹੁੰਦੇ ਆ। ਹਉਮੈ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ, ਤਾਂ ਗੁਰ ਕਾ ਸ਼ਬਦ ਕਮਾਏ। ਗੁਰੂ ਦੇ ਸ਼ਬਦ ਦੀ ਕਮਾਈ ਮਤਲਬ ਭਾਵ ਕਿ ਗੁਰੂ ਦੇ ਸ਼ਬਦ ਦਾ ਗਿਆਨ ਸਾਨੂੰ ਪ੍ਰਾਪਤ ਹੋ ਜਾਵੇ ਤਾਂ ਅਸੀਂ ਹਉਮੈ ਤੋਂ ਬਚ ਸਕਦੇ ਹਾਂ। ਨਹੀਂ ਤਾਂ ਬਹੁਤ ਭਿਆਨਕ ਰੋਗ ਆ। ਪਰ ਇਹ ਰੋਗ ਹਟ ਸਕਦਾ ਜੇ ਕਿਤੇ ਗੁਰੂ ਤੋਂ ਦਵਾਈ ਲੈ ਲਈਏ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਗੁਰੂ ਤੋਂ ਦਵਾਈ ਮਿਲਦੀ ਆ ਭਾਈ। ਕਰਮਾਂ ਭਾਗਾਂ ਵਾਲੇ ਆ ਜਿਹੜੇ ਲੈ ਲੈਂਦੇ ਆ। ਨਹੀਂ, ਇਹ ਹਉਮੈ ਦਾ ਰੋਗ ਕਰਕੇ ਮਨੁੱਖ ਬਸ ਅਸਲੀ ਜਿਹੜਾ ਹਉਮੈ ਤੇ ਨਾਮ ਦਾ ਵਿਰੋਧ ਆ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ। ਜਿਹਨੂੰ ਹਉਮੈ ਆ ਉਹਦੇ ਅੰਦਰ ਨਾਮ ਵਸ ਹੀ ਨਹੀਂ ਸਕਦਾ। ਹਉਮੈ ਦਾ ਢੱਕਣ ਲੱਗ ਜਾਂਦਾ। ਹਉਮੈ ਦਾ ਢੱਕਣ ਲੱਗ ਕੇ ਫਿਰ ਮਨੁੱਖ ਸਭ ਤੋਂ ਸੌਖਾ ਤਰੀਕਾ ਕੀ ਹੈ ਵੀ ਹਉਮੈ ਨੂੰ ਸਮਝਣ ਦਾ, ਵੀ ਹਾਂ ਮੈਂ ਆ ਜਾਂਦੀ ਹੈ ਮਨੁੱਖ ਦੇ ਵਿੱਚ। ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਮਾਰ ਕੁੱਟ, ਲੜਾਈ ਝਗੜੇ, ਬਸ ਮਾਇਆ ਇਕੱਠੀ ਕਰਨ ਵੱਲ ਨੂੰ ਪੈ ਜਾਂਦਾ। ਬੁਰੇ ਕੰਮ ਵੀ ਕਰਦਾ ਤੇ ਹਉਮੈ ਦਾ ਕਰਕੇ ਕਹਿੰਦਾ ਮੈਨੂੰ ਹਟਾ ਕੇ ਵੀ ਕੋਈ ਦਿਖਾਵੇ। ਪਰ ਸਮਾਂ ਐਸਾ ਗੁਰਮੁਖ ਪਿਆਰਿਓ, ਇਹ ਵੱਡੇ ਰਾਜੇ ਮਹਾਰਾਜਿਆਂ ਨੂੰ ਢਾਹ ਲੈਂਦਾ। ਸਿਕੰਦਰ ਦੁਨੀਆ ਦਾ ਜੇਤੂ, ਕਹਿੰਦਾ ਸਾਰੀ ਦੁਨੀਆ ਜਿੱਤਣੀ ਆ। ਇੱਕ ਦਿਨ ਮੌਤ ਨੇ ਢਾਹ ਲਿਆ। ਸਿਕੰਦਰ ਦੀ ਮਾਂ ਜਾ ਕੇ ਸਿਵਿਆਂ 'ਚ ਆਵਾਜ਼ਾਂ ਮਾਰਦੀ ਆ, ਪੁੱਤ ਸਿਕੰਦਰਾ ਉੱਠ, ਮੇਰੇ ਨਾਲ ਦੋ ਗੱਲਾਂ ਕਰ। ਕਹਿੰਦੇ ਆਵਾਜ਼ ਆਈ, ਕਿਹੜੇ ਸਿਕੰਦਰ ਦੀ ਗੱਲ ਕਰਦੀ ਆ ਮਾਂ? ਇੱਥੇ ਤਾਂ ਲੱਖਾਂ ਹੀ ਸਿਕੰਦਰ ਸੁੱਤੇ ਪਏ ਆ। ਸੋ ਇਸ ਕਰਕੇ ਹਉਮੈ ਦੇ ਵਿੱਚ ਆ ਕੇ ਮਨੁੱਖ ਬੁਰੇ ਕੰਮ ਕਰਦਾ ਤੇ ਇਹੀ ਜਾਲ ਮਨੁੱਖ ਨੂੰ ਆਪਣੇ ਆਪ ਪੈਂਦਾ। ਇਹ ਗੱਲ ਦਾ ਧਿਆਨ ਰੱਖਣਾ। ਇਸ ਗੱਲ ਦੀ ਕੋਈ ਨਹੀਂ ਕਿਸੇ ਨੂੰ ਜਾਲ ਪਾਉਂਦਾ। ਹਉਮੈ ਦਾ ਕਰਕੇ ਮਨੁੱਖ ਨੂੰ ਆਪਣੇ ਆਪ ਹੀ ਜਾਲ ਪੈਂਦਾ। ਜਦੋਂ ਦੂਜਿਆਂ ਨੂੰ ਮਨੁੱਖ ਨੂੰ ਦੂਜੀ ਮਨੁੱਖਤਾ ਨੂੰ ਕੀੜੇ ਮਕੌੜੇ ਹੀ ਸਮਝਣ ਲੱਗ ਜਾਂਦਾ, ਪਾਪ ਕਰਨ ਲੱਗ ਜਾਂਦਾ ਮਨੁੱਖ। ਪਰ ਇੱਕ ਦਿਨ ਜੇ ਮੌਤ ਯਾਦ ਰਹੇ, ਪਹਿਲਾ ਗੁਰਬਾਣੀ ਦਾ ਫਰਮਾਨ ਇਹੀ ਹੈ, ਪਹਿਲਾ ਮਰਨ ਕਬੂਲ जीवन की छड़ास, हो सबना की रेणुका तो आओ हमारे पास। बड़े बड़े लोग
ਸਮੇਂ ਦੀ ਮਾਰ ਦੇ ਪਈ, ਕਿਉਂਕਿ ਸਰੀਰ ਦਾ ਕੋਈ ਭਰੋਸਾ ਨਹੀਂ ਗੁਰਮੁਖ ਪਿਆਰਿਓ। ਭਰੋਸਾ ਕੀ, ਜਿਉਣਾ ਝੂਠ ਆ ਤੇ ਮਰਨਾ ਸੱਚ ਆ। ਇੱਕ ਦਿਨ ਜਾਣਾ ਹੀ ਜਾਣਾ, ਸਭ ਨੇ ਉੱਥੇ ਤੁਰ ਹੀ ਜਾਣਾ। ਬਸ ਪਾਪਾਂ ਤੋਂ, ਬੁਰੇ ਕੰਮਾਂ ਤੋਂ, ਹਉਮੈ ਤੋਂ ਬਚ ਕੇ ਰਹੀਏ। ਇਹੀ ਸਿੱਖਿਆ। ਜਿਵੇਂ ਮੰਨ ਲਓ ਕੋਈ ਜਾ ਰਿਹਾ ਸੀ, ਬੰਦਾ ਤੁਰਿਆ ਜਾਂਦਾ, ਕਿਤੇ ਕਈਆਂ ਨੂੰ ਖੁੱਲ੍ਹ ਜਾਂਦੀਆਂ ਅੱਖਾਂ, ਜਿਹਨੂੰ ਤੀਜਾ ਨੇਤਰ ਕਹਿ ਲਈਏ, ਗੱਲਾਂ ਬਾਤਾਂ ਹੋ ਜਾਂਦੀਆਂ ਸਿਵਿਆਂ ਦੇ ਵਿੱਚ। ਜ਼ਿਆਦਾਤਰ ਜਿਹੜੇ ਫੱਕਰ ਲੋਕ ਆ, ਜਿਹੜੇ ਮੌਤ ਨੂੰ ਯਾਦ ਰੱਖਦੇ ਆ, ਉਹ ਸਿਵਿਆਂ ਦੇ ਨਾਲ ਪਿਆਰ ਕਰਦੇ ਆ, ਕਿਉਂਕਿ ਆਖਰੀ ਸਥਾਨ ਉਹ ਸਭ ਦਾ ਉਹੀ ਹੈ। ਕਿਤੇ ਮੁਰਦੇ ਨੂੰ ਠੋਕਰ ਲੱਗ ਗਈ। ਅੱਜ ਕੱਲ੍ਹ ਤਾਂ ਸਮਾਂ ਹੋਰ ਆ ਗੁਰਮੁਖ ਪਿਆਰਿਓ, ਮੁਰਦੇ ਵੀ ਹੋਰ ਤਰ੍ਹਾਂ ਜਲਾਏ ਜਾਂਦੇ ਆ। ਵਧੀਆ ਗੱਲ ਆ, ਚਲੋ ਕਿਰਿਆ ਹੋ ਜਾਂਦੀ ਆ। ਪਹਿਲੇ ਸਮਿਆਂ ਦੇ ਵਿੱਚ ਸੰਸਕਾਰ ਵੀ ਸਮੇਂ ਵੀ ਐਸੇ ਸੀ, ਸ਼ਮਸ਼ਾਨ ਘਾਟ ਵੀ ਐਸੇ ਸੀਗੇ ਜਿੱਥੇ ਇੱਕ ਮੌਕਾ ਮਿਲਦਾ ਸੀ, ਆਬਾਦੀ ਵੀ ਘੱਟ ਸੀ। ਉਹ ਸਮੇਂ ਦਾ ਜ਼ਿਕਰ ਆ। ਚਲੇ ਜਾ ਰਹੇ ਥੇ ਇੱਕ ਦਿਨ ਸੈਰ ਕਰਨੇ, चले जा रहे थे एक दिन सैर करने, दिल में थे अरमान अपने ध्यान थे। दिल में थे अरमान अपने ध्यान थे, इधर शमशान थे उधर कब्रस्तान थे। क्योंकि विचाल दी डंडी सी, विचाल दी रास्ता सी। इधरले पासे जिहड़े फूके जाते सी, दूजे पासे जिहड़े मुसलमान वीर सी उन्हां दीयां कबरां सी। इधर शमशान थे उधर कब्रस्तान थे, एक मुर्दे की हड्डी को लगी ठोकर, एक मुर्दे की हड्डी को लगी ठोकर, तो कहने लगी होश कर, होश करके चल गाफल। हड्डी नूं जदों ठोकर वजी ना, हड्डी बोल पी। किसी कवि की रचना की कहंदी ओ हड्डी, हड्डी कहती होश करके चलो गाफल, हम भी कभी इंसान थे, हम भी कभी इंसान थे। जदों ये गल दा पता लग्या, गुमान उतरिया, फिर सिक्ख्या भी लैनी है ना। गुमान उतरा अकल टकाने आई, तो मैंने कहा माफ़ करना भाई साहब, अब अकल आई, हम तक तो हम नादान थे, हम नादान थे। जदों मनुख नूं समझ आ जाती है, ज्ञान आ जाता, उदों मनुख हउमे नूं कट के अपने अंदर नूं चले जाता। बस यही सब तो बड़ा दीर्घ रोग आ। जिन्हें ये मार ली, इनू समझ गया भी अंदर मेरे ये किवें काम करदी है, गुरु दे नाल मिल के मैं कट्टनी है, तो उन्हें समझ लो भाई अपना कारज कर लिया। आओ ये हउमे दे बारे ही सतगुरु सच्चे पातशाह समझा रहे हैं, क्योंकि दीर्घ रोग आ, इस करके पहला भूमिका हुण गुरु सतगुरु सच्चे पातशाह जी की समझा रहे हैं। मेरे समेत आपां सारिਆਂ ने मन बिरतियां एकागर करके सरवण करना जी। सोरठ महला पंजवा पंच पदा। सोरठ राग दे विच पंजवें पातशाह धन धन श्री गुरु अर्जन देव जी सच्चे पातशाह बाणी दे बोहत, शहीदां दे सरताज, शांति दे पुंज फरमान कर रहे हैं। पंच पदा भाव पंज पदियां वाला शब्द है। बिनसै मोह मेरा अर तेरा, बिनसै अपनी धारी। असी की मंगना, की ज्ञान लेना गुरु तो, गुरु दे अगे अरदास बेनती जोदड़ी करनी है। गुरमुख प्यारिओ की हो जावे, बिनसै मोह मेरी पकड़, हउमे ते पकड़। क्योंकि हउमे दे विच जिहड़ी चीज़ मनुख पकड़ लैंदा ना, वो छड्डणी नहीं चाहुंदा, ना छड्डदा, या कुछ भी हो जावे, लड़ाइयाँ झगड़े कुछ भी हो जावे, ये पकड़ बन जाती है। ज्यादा सतगुरु सच्चे पातशाह जी मेरे ते किरपा करो, हे वाहिगुरू, मेरी मोह अंदरली मेरा बिनस है, इहदा विनाश हो जावे। मेरा अर तेरा, मेर तेर मेरी,
ਕਿਉਂਕਿ ਮੈਂ ਆਪਣਾ ਕੁਝ ਹੋਰ ਸਮਝਦਾ, ਦੂਜੇ ਨੂੰ ਕੁਝ ਹੋਰ ਸਮਝਦਾ, ਦੂਜੇ ਨੂੰ ਆਪਣਾ ਬੱਚਾ ਨਹੀਂ ਸਮਝਦਾ, ਦੂਜੇ ਦਾ ਦੁੱਖ ਆਪਣਾ ਦੁੱਖ ਨਹੀਂ ਸਮਝਦਾ। ਬਸ ਆਹ ਜਿਹੜੀ ਰੁਕਾਵਟ ਬਣੀ ਹੋਈ ਹੈ ਨਾ, ਜਿਹੜੀ ਮੇਰੇ ਅੰਦਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਤੋੜ ਦਿਓ। ਬਿਨਸੈ ਮੋਹ ਮੇਰਾ ਅਰ ਤੇਰਾ, ਬਿਨਸੈ ਆਪਣੀ ਧਾਰੀ। ਜਿਹੜੀ ਮੇਰੀ ਆਪਣੱਤ ਬਣੀ ਹੋਈ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਇਹੀ ਮੈਨੂੰ ਪਰੇਸ਼ਾਨ ਕਰ ਰਹੀ ਆ। ਇਹ ਮੇਰੀ ਖਤਮ ਕਰ ਦੇਵੋ ਬਿਰਤੀ, ਮੈਨੂੰ ਗਿਆਨ ਦੇ ਦੇਵੋ, ਮੈਨੂੰ ਨਾਮ ਦੇ ਦੇਵੋ, ਮੈਨੂੰ ਸਾਰੀ ਦੁਨੀਆ ਹੀ ਆਪਣੇ ਬੱਚਿਆਂ ਵਾਂਗੂ ਲੱਗੇ, ਆਪਣਾ ਕਿਸੇ ਦਾ ਦੁੱਖ ਆਪਣਾ ਦੁੱਖ ਲੱਗੇ, ਸਾਰੀਆਂ ਪਰਮਾਤਮਾ ਦੀਆਂ ਖੇਡ ਤਮਾਸ਼ੇ ਸਾਰਾ ਕੁਝ ਸਮਝ ਆ ਜਾਵੇ, ਮੈਨੂੰ ਇਹ ਗਿਆਨ ਦੇ ਦਿਓ। ਸੰਤੋ ਇਹਾ ਬਤਾਵੋ ਕਾਰੀ। ਹੇ ਗੁਰੂ ਜੀ, ਹੇ ਸੰਤ ਜਨੋ, ਹੇ ਸਤ ਸੰਗੀ ਸੱਜਣੋ, ਆਪਾਂ ਕੀ ਕਰਨ ਆਉਨੇ ਆ? ਆਪਾਂ ਗੁਰੂ ਦੇ ਅੱਗੇ ਆ ਬੇਨਤੀ ਕਰਨੀ ਆ, ਇਹਾ ਬਤਾਵੋ ਕਾਰੀ। ਇਹ ਮੈਨੂੰ ਜੁਗਤੀ, ਇਹ ਮੈਥਡ, ਇਹ ਗਿਆਨ, ਇਹ ਅਕਲ, ਇਹ ਮੱਤ ਮੈਨੂੰ ਦੇ ਦਿਓ ਜੀ। ਕਿਹੜੀ ਜੀ? ਜਿਤ ਹਉਮੈ ਗਰਭ ਨਿਵਾਰੀ ਰਹਾਉ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਬੜਾ ਦੀਰਘ ਰੋਗ ਆ। ਮੈਂ ਸਾਰੇ ਪਾਸਿਆਂ ਤੋਂ ਸੁਣ ਕੇ ਆਇਆ। ਪਹਿਲਾਂ ਮਨੁੱਖ ਨੂੰ ਅੰਦਰਲੇ ਰੋਗ ਲੱਗਦੇ ਆ, ਅੰਦਰੋਂ ਮਨੁੱਖ ਪਰੇਸ਼ਾਨ ਹੋ ਜਾਂਦਾ, ਅੰਦਰੋਂ ਮਨੁੱਖ ਖਤਮ ਹੋ ਜਾਂਦਾ, ਮਨੁੱਖ ਦੇ ਖੁਸ਼ੀਆਂ ਖੇੜੇ ਆਨੰਦ ਸ਼ਾਂਤੀ ਟਿਕਾਓ ਖਤਮ ਹੋ ਜਾਂਦਾ, ਮਨੁੱਖ ਦੇ ਅੰਦਰ ਕਲ ਹੋਣ ਲੱਗ ਜਾਂਦੀ ਹੈ। ਤਪਤ ਕੜਾਹਾ ਬੁਝ ਗਿਆ ਗੁਰਸੀਤਲ, ਨਾਮ ਦਿਓ ਮੇਰੇ ਅੰਦਰ ਵੀ ਇਹੀ ਕੁਝ ਹੋ ਰਿਹਾ, ਕਾਰਨ ਹੈ ਹਉਮੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੈਨੂੰ ਐਸੀ ਕੋਈ ਜੁਗਤੀ ਬਤਾ ਦੇਵੋ, ਦੱਸ ਦੇਵੋ ਤੇ ਮੇਰੀ ਜਿਤ ਹਉਮੈ ਗਰਭ ਨਿਵਾਰੀ, ਮੇਰਾ ਹਉਮੈ ਹੰਕਾਰ ਨਿਕਲ ਜਾਵੇ, ਖਤਮ ਹੋ ਜਾਵੇ। ਰਹਾਓ ਸਰਬ ਭੂਤ ਪਾਰ ਬ੍ਰਹਮ ਕਰ ਮਾਨਿਆ, ਹੋਵਾਂ ਸਗਲ ਰੇ ਨਾਰੀ। ਸਰਬ ਭੂਤ, ਪੰਜ ਭੂਤਕ ਸਰੀਰ ਸਾਰੇ ਜੋ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਨੇ ਰੂਹਾਂ ਭੇਜੀਆਂ, ਇਹਨਾਂ ਦੇ ਵਿੱਚ ਮੈਂ ਬਿਤ ਕਰਾਂ ਨਾ ਕਰਾਂ ਤੇ ਸਾਰਿਆਂ ਦੇ ਵਿੱਚੋਂ ਰੱਬ ਨੂੰ ਦੇਖ ਲਵਾਂ। ਦੇਖੋ ਮੰਗਣ ਵਾਲੇ ਗੁਰਮੁਖ ਪਿਆਰਿਓ ਬਹੁਤ ਵੱਡੀਆਂ ਵੱਡੀਆਂ ਗੱਲਾਂ ਮੰਗ ਲੈਂਦੇ ਆ। ਗੁਰੂ ਪਾਤਸ਼ਾਹ ਜੀ ਦੇ ਪਿੱਛੇ ਲੱਗ ਕੇ ਬਹੁਤ ਵੱਡਾ ਇਹ ਗਿਆਨ, ਇਹ ਚੌਥੀ ਪਦਵੀ, ਇਹ ਬ੍ਰਹਮ ਦਾ ਗਿਆਨ, ਤੀਜਾ ਨੇਤਰ ਖੋਲ੍ਹਣ ਦੀ ਗੱਲ ਹੋ ਰਹੀ ਆ ਕਿ ਮੈਨੂੰ ਐਸਾ ਗਿਆਨ ਦੇ ਦੇਵੋ, ਐਸੀ ਅਕਲ ਦੇ ਦੇਵੋ, ਐਸੀ ਮੱਤ ਦੇ ਦੇਵੋ, ਜਿਹੜੀ ਮੱਤ ਦੇ ਨਾਲ ਸਾਰੇ ਪੰਜ ਭੂਤਕ ਸਰੀਰ ਪਾਰ ਬ੍ਰਹਮ ਕਰ ਮੰਨਿਆ। ਸਾਰਿਆਂ ਦੇ ਵਿੱਚੋਂ ਮੈਨੂੰ ਰੱਬ ਦਿਸਣ ਲੱਗ ਜਾਵੇ, ਮੇਰਾ ਵਿਤਕਰਾ ਹਟ ਜਾਵੇ, ਮੇਰਾ ਸਾੜਾ ਖਤਮ ਹੋ ਜਾਵੇ। ਹੋਵਾਂ ਸਗਲ ਰੇ ਨਾਰੀ, ਮੈਂ ਸਾਰਿਆਂ ਦੀ ਚਰਨ ਧੂੜ ਬਣ ਜਾਵਾਂ। ਮੇਰੇ ਅੰਦਰ ਇੰਨੀ ਨਿਮਰਤਾ ਆ ਜਾਵੇ ਕਿ ਮੈਨੂੰ ਕੁਛ ਨਹੀਂ ਪਤਾ, ਮੈਂ ਤਾਂ ਸਾਰਿਆਂ ਦੇ ਚਰਨਾਂ ਦੀ ਧੂੜਾਂ। ਠੀਕ ਆ ਭਾਈ, ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰੋ, ਮੈਂ ਤਾਂ ਅੰਦਰਲਾ ਕਾਰਜ ਗੁਰੂ ਦੇ ਲੜ ਲੱਗ ਕੇ ਕਰਨਾ। ਮੈਂ ਤਾਂ ਗੁਰੂ ਦੇ ਚਰਨਾਂ ਦੀ ਧੂੜ ਬਣ ਗਈ, ਮੈਂ ਤਾਂ ਗੁਰੂ ਤੋਂ ਪਹਿਲੀ ਕਲਾਸ ਤੋਂ ਸਿੱਖਿਆ ਲੈਣੀ ਸ਼ੁਰੂ ਕਰ ਦਿੱਤੀ। ਐਸੀ ਨਿਮਰਤਾ ਮੇਰੇ ਵਿੱਚ ਆ ਜਾਵੇ। ਪੇਖਿਓ ਪ੍ਰਭ ਜੀਓ ਆਪਣੇ ਸੰਗੇ, ਚੂਕੈ ਭੀਤ ਪਰਮਾਰੀ। ਹੁਣ ਗੁਰੂ ਜੀ ਬੈਠੇ ਆ, ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਨਾ ਵੀ ਲੋਹਾ ਗਰਮ ਆ ਤੇ ਸੱਟਾਂ ਮਾਰ ਲਓ, ਤੇ ਹੁਣ ਗੁਰੂ ਤੇ ਗੁਰਸਿੱਖ ਦੀ ਗੱਲ ਹੋ ਰਹੀ ਆ। ਗੁਰੂ ਨੂੰ ਹਾਜ਼ਰ ਤੇ ਨਾਜ਼ਰ ਦੋਨੋਂ ਚੀਜ਼ਾਂ ਸਮਝਣੀਆਂ, ਹਾਜ਼ਰ ਵੀ ਹੈ ਤੇ ਨਜ਼ਰ ਵੀ ਹੈ, ਸਾਡੇ ਤੇ ਬਿਲਕੁਲ ਸਾਹਮਣੇ ਵੀ ਹੈ। ਇਹ ਮੰਗਾਂ ਮੰਨੀਆਂ ਜਾ ਰਹੀਆਂ, ਇਹ ਅਰਦਾਸਾਂ ਸਾਡੀਆਂ ਕਰਾਈਆਂ ਜਾ ਰਹੀਆਂ। ਕਾਸ਼ ਅਸੀਂ ਕਦੇ ਇਹ ਕੀਤੀਆਂ ਹੁੰਦੀਆਂ। ਚਲੋ ਜਿਹੜਾ ਸਮਾਂ ਲੰਘ ਗਿਆ ਕੋਈ ਗੱਲ ਨਹੀਂ, ਫਿਕਰ ਨਹੀਂ ਕਰਨਾ, ਆਉਣ ਵਾਲੇ ਸਮੇਂ ਦਾ ਪਤਾ ਕੋਈ ਨਹੀਂ, ਆਵੇ ਕਿ ਨਾ ਆਵੇ। ਹਮ ਆਦਮੀ ਇੱਕਦਮੀ, ਹੁਣੇ ਅੱਜ ਹੀ ਹੁਣੇ ਹੀ ਅਰਦਾਸ ਕਰ ਲਈਏ। ਪੇਖਿਓ ਪ੍ਰਭ ਜੀਓ ਆਪਣੇ ਸੰਗੇ,
ਹੋਰ ਵੀ ਇੱਕ ਬੇਨਤੀ ਹੈ ਜੀ, ਕਿਰਪਾ ਕਰਕੇ ਉਹ ਵੀ ਸੁਣ ਲਓ। ਹਾਂ ਭਾਈ ਦੱਸ। ਮੈਂ ਪਰਮਾਤਮਾ ਵਾਹਿਗੁਰੂ ਨੂੰ ਆਪਣੇ ਸੰਗ ਦੇਖਣਾ ਚਾਹੁੰਦਾ ਹਾਂ। ਮੈਂ ਸੰਗ ਨਾਲ ਹੀ ਸਮਝਣਾ ਚਾਹੁੰਦਾ, ਕਿਉਂਕਿ ਦੁਨੀਆ ਵਾਲੇ ਪਾਸਿਓਂ ਤਾਂ ਮੈਂ ਟੁੱਟ ਚੁੱਕਿਆ, ਡਿੱਗ ਚੁੱਕਿਆ। ਜਿੱਦੇ ਮਨ ਗੁਰੂ ਦੇ ਅੱਗੇ ਡਿੱਗ ਪਿਆ, ਗੁਰਮੁਖ ਪਿਆਰਿਓ, ਮੱਥਾ ਟੇਕਿਆ ਗਿਆ, ਉਦੇ ਆਪ ਤੋਂ ਉੱਠ ਨਹੀਂ ਹੋਣਾ, ਉਹਦੇ ਗੁਰੂ ਨੇ ਫੜ ਕੇ ਠਾਉਣਾ। ਓਏ ਉੱਠੋ ਪੁੱਤਰਾ, ਤੂੰ ਤਾਂ ਡਿੱਗ ਪਿਆ। ਅਬ ਹਮ ਚਲੀ ਠਾਕਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਮੈਨੂੰ ਰੱਬ ਦਿਖਾ ਦਿਓ। ਪਰਮਾਤਮਾ ਵਾਹਿਗੁਰੂ ਤੋਂ ਜਿਹੜੇ ਭੁਲੇਖੇ ਆ ਮੇਰੇ ਚੱਕ ਦਿਓ, ਮੈਨੂੰ ਆਪਣੇ ਨਾਲ ਹੀ ਦਿਖਾ ਦਿਓ। ਅੱਛਾ ਜੀ। ਸੰਗੈ ਆਪਣੇ ਸੰਗੈ ਚੂਕੈ ਭੀਤ ਭਰਮਾਰੀ। ਲੈ ਭਾਈ, ਰੱਬ ਤਾਂ ਦਿਸ ਪੂ, ਇੱਕ ਕੰਮ ਕਰਨਾ ਪਊਗਾ। ਭੀਤ ਹੁੰਦਾ ਕੰਧ, ਭਰਮਾਰੀ ਹੁੰਦੀ ਆ ਭਰਮਾਂ ਭੁਲੇਖਿਆਂ ਦੀ। ਤੇਰੇ ਅੰਦਰ ਭਰਮਾਂ ਭੁਲੇਖਿਆਂ ਤੌਖਲਿਆਂ ਦੀ ਕੰਧ ਆ। ਗੁਰੂ ਦੇ ਨਾਲ ਜੁੜ ਕੇ ਅੱਜ ਤੋਂ ਹੀ 100% ਗੁਰਬਾਣੀ ਦੇ ਨਾਲ ਜੁੜ ਜਾ, ਤੇ ਉਸ ਕੰਧ ਨੂੰ, ਭਰਮਾਂ ਭੁਲੇਖਿਆਂ ਦੀ ਨੂੰ, ਕਰਮ ਕਾਂਡਾਂ ਦੀ ਨੂੰ ਤੋੜ ਸੱਟ। ਆਪਣੀ ਸੁਰਤ ਨੂੰ ਇਹ ਅੰਦਰਲੀ ਪੜ੍ਹਾਈ ਪੜ੍ਹਨੀ ਸ਼ੁਰੂ ਕਰ ਦੇ। ਪਹਿਲਾਂ ਧਰਮ ਖੰਡ ਦੇ ਵਿੱਚ ਪਹੁੰਚਣਾ, ਧਰਮੀ ਹੋਣਾ, ਫਿਰ ਗਿਆਨ ਖੰਡ, ਫਿਰ ਸ਼ਰਮ ਖੰਡ। ਆਪਣੇ ਆਪ ਤੇ ਮਿਹਨਤ ਕਰਨੀ ਹੈ, ਤਿੱਥੇ ਘੜੀਆ ਸੁਰਤ ਮਤ ਮਨ ਬੁੱਧ। ਫਿਰ ਕੀ ਹੋਊਗਾ? ਸ਼ਰਮ ਖੰਡ। ਫਿਰ ਕੀ ਹੋਊਗਾ? ਵਾਹਿਗੁਰੂ। ਸ਼ਰਮ ਖੰਡ, ਕਰਮ ਖੰਡ, ਫਿਰ ਬਖਸ਼ਿਸ਼ ਦਾ ਖੰਡ ਹੋਏਗਾ, ਚੌਥਾ ਖੰਡ ਕਰਮ ਖੰਡ, ਤੇ ਫਿਰ ਉਸ ਤੋਂ ਬਾਅਦ ਸੱਚ ਖੰਡ। ਗੁਰੂ ਦੇ ਨਾਲ ਜੁੜ ਕੇ ਹਉਮੈ ਨੂੰ ਤੋੜ ਕੇ ਇਹ ਅੰਦਰਲਾ ਕਾਰਜ ਕਰ ਭਾਈ। ਇਹ ਦੁਆਈ ਲੈ ਭੀਤ ਭਰਮਾਰੀ, ਭਰਮਾਂ ਭੁਲੇਖਿਆਂ ਦੀ ਕੰਧ ਆ। ਪਰਮਾਤਮਾ ਤੇਰੇ ਅੰਦਰ ਹੀ ਹੈ। ਧਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਗੁਰੂ ਤੋਂ ਦਵਾਈ ਲੈ ਲਾ ਭਾਈ। ਦਵਾਈ ਕਿਹੜੀ ਆ? ਗੁਰੂ ਨੇ ਕੋਈ ਆਏ ਨਹੀਂ ਬਈ ਆਈ ਕਰ ਦੇਣਾ ਨਾ, ਦਵਾਈ ਲੈਣੀ ਪਊ, ਖਾਣੀ ਪਊ। ਕਿਹੜੀ ਆ ਉਹ? ਆਤਮਿਕ ਗਿਆਨ, ਸੋਝੀ, ਇਹ ਪ੍ਰਾਪਤ ਕਰਨੀ ਪਊਗੀ। ਅੱਗੇ ਸਮਝਾ ਰਹੇ ਹਨ ਗੁਰੂ ਪਾਤਸ਼ਾਹ ਜੀ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਪਾਈਐ ਗੁਰੂ ਦੁਆਰੀ। ਆਓ ਆਓ ਸਿੱਖੋ ਸ਼ਬਦ ਪਿਆਰਿਓ, ਆਓ ਭਾਈ ਸਾਰੇ ਜਾਣੇ ਗੁਰਮੁਖ ਪਿਆਰਿਓ, ਰਲ ਮਿਲ ਕੇ ਆ ਦੁਆਈ ਲਈਏ। ਔਖਦ ਨਾਮ, ਨਾਮ ਦੀ ਦੁਆਈ ਮਿਲਦੀ ਹੈ। ਕਿੱਥੋਂ ਮਿਲਦੀ ਹੈ? ਗੁਰੂ ਕੋਲੋਂ ਮਿਲਦੀ ਹੈ। ਮੈਂ ਸੁਣ ਕੇ ਆਇਆ, ਮੈਂ ਅੱਗੇ ਬੀਬੀਆਂ ਪੜ੍ਹਦੀਆਂ ਹੁੰਦੀਆਂ ਸੀ, ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ। ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ। ਆਓ ਭਾਈ ਇਸ ਦਰ ਤੋਂ ਨਾਮ ਦੀ ਦਵਾਈ ਲਈਏ। ਔਖਦ ਨਾਮ ਨਿਰਮਲ ਜਲ ਅੰਮ੍ਰਿਤ, ਅੰਮ੍ਰਿਤ ਪੀਤਾ ਜਾਂਦਾ। ਸਾਡੀ ਜਿਹੜੀ ਜ਼ਮੀਰ ਦੀ ਮੌਤ ਨਹੀਂ ਹੁੰਦੀ। ਆਖਾਂ ਜੀਵਾਂ ਬਿਸਰੈ ਮਰ ਜਾਊਂ, ਪਰਮਾਤਮਾ ਬਿਸਰਦਾ ਨਹੀਂ। ਅਸੀਂ ਜਿਉਂਦਿਆਂ ਦੇ ਵਿੱਚ ਹੋ ਜਾਂਦੇ ਹਾਂ, ਸਾਡੀ ਮੁਕਤੀ ਹੋ ਜਾਂਦੀ ਹੈ। ਸਾਨੂੰ ਮੌਤ ਮਾਰ ਨਹੀਂ ਸਕਦੀ, ਸਾਡਾ ਧਰਮ ਰਾਏ ਕੁਛ ਵਿਗਾੜ ਨਹੀਂ ਸਕਦਾ। ਧਰਮ ਰਾਜਾ ਜੇ ਕਿਤੇ ਅੰਮ੍ਰਿਤ ਜਲ ਪੀ ਕੇ ਆਪਣਾ ਕਾਰਜ ਆਪਣੇ ਹੱਥੀਂ ਹੀ ਕਰ ਲਈਏ। ਗੁਰਮੁਖ ਪਿਆਰਿਓ, ਗੁਰਬਾਣੀ ਦਾ ਫਰਮਾਨ ਆ, ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੈ ਕੋਇਲਾ। ਜਿਉਂਦੇ ਜੀ ਹੀ ਅੰਮ੍ਰਿਤ ਜਲ ਪੀਏ, ਰਲ ਮਿਲ ਕੇ ਗੁਰੂ ਦੇ ਦੁਆਰੇ ਤੇ ਬੈਠ ਗਏ, ਸ਼ਬਦ ਦੀ ਵਿਚਾਰ ਧਿਆਨ ਦੇ ਨਾਲ ਸਰਵਣ ਕਰੀਏ ਤਾਂ ਸਾਡੇ ਕੰਨਾਂ ਦੇ ਰਾਹੀਂ ਅੰਮ੍ਰਿਤ ਜਲ ਜਾਂਦਾ। ਪਾਈਐ ਗੁਰੂ ਦੁਆਰੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਹ ਸੋਝੀ, ਇਹ ਅਕਲ, ਇਹ ਗਿਆਨ, ਇਹ ਨਾਮ ਜਲ, ਆਤਮਿਕ ਜਲ, ਇਹ ਸਾਨੂੰ ਪ੍ਰਾਪਤ ਹੁੰਦਾ ਗੁਰੂ ਦੇ ਦੁਆਰਾ ਭਾਈ। ਪਰਮਾਤਮਾ ਦਾ ਨਾਮ ਜਲ ਸਾਨੂੰ ਗੁਰੂ ਦੇ ਦੁਆਰਾ ਪ੍ਰਾਪਤ ਹੁੰਦਾ। ਅਸੀਂ ਗੁਰੂ ਦੇ ਨਾਲ ਕਾਹਤੋਂ ਨਹੀਂ ਜੁੜਦੇ ਭਾਈ? ਸਾਨੂੰ ਬਹੁਤ ਗੁਪਤ ਤਰੀਕੇ ਦੇ ਨਾਲ ਗੁਰੂ ਤੋਂ ਦੂਰ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਸਾਨੂੰ ਪੰਜਾਬੀ ਤੋਂ ਦੂਰ ਕੀਤਾ ਜਾ ਰਿਹਾ।
ਪੰਜਾਬੀ ਦੀ ਮੁਹਾਰਨੀ ਨਹੀਂ ਆਉਂਦੀ, ਸਿਹਾਰੀਆਂ ਬਿਹਾਰੀਆਂ ਨਹੀਂ ਆਉਂਦੀਆਂ। ਜਦੋਂ ਪੰਜਾਬੀ ਨਹੀਂ ਆਊਗੀ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਫਿਰ ਪੰਜਾਬੀ ਤੋਂ ਬਿਨਾਂ, ਮੁਹਾਰਨੀ ਜਾਣਨ ਤੋਂ ਬਿਨਾਂ, ਸਿਹਾਰੀਆਂ ਬਿਹਾਰੀਆਂ ਜਾਣਨ ਤੋਂ ਬਿਨਾਂ ਫਿਰ ਚੰਗੀ ਤਰ੍ਹਾਂ ਸਮਝ ਨਹੀਂ ਸਕਾਂਗੇ। ਅਸੀਂ ਗਿਆਨੀ ਹੋਵਾਂਗੇ, ਅਗਿਆਨੀ ਨਹੀਂ ਹੋਵਾਂਗੇ। ਜਿਹੜਾ ਵੀ ਸਾਡੇ ਕੋਲੇ ਆਊਗਾ ਲੀਡਰ ਸਾਨੂੰ ਮਗਰ ਲਾ ਕੇ ਲੈ ਜਾਊਗਾ। ਸਾਡੇ ਨਾਲ ਆਈ ਪੰਜਾਬ ਨਾਲ ਸਾਰੇ ਨਾਲ ਹੁੰਦੀ ਆਈ ਹੈ ਭਾਈ ਹੁਣ ਤੱਕ। ਸੋ ਗੁਰੂ ਦੇ ਦੁਆਰੇ ਲੱਗਣਾ ਭਾਈ, ਗੁਰਬਾਣੀ ਬਹੁਤ ਵੱਡਾ ਖਜ਼ਾਨਾ। ਗੁਰੂ ਦੇ ਲੜ ਲੱਗੀਏ। ਇਹ ਅੰਮ੍ਰਿਤ ਜਲ ਪੀਣਾ ਪਾਈਐ ਗੁਰੂ ਦੁਆਰੀ। ਕਹੋ ਨਾਨਕ ਜਿਸ ਮਸਤਕ ਲਿਖਿਆ ਤਿਸ ਗੁਰ ਮਿਲ ਰੋਗ ਬਿਦਾਰੀ। ਜਿਨ੍ਹਾਂ ਦੇ ਮਸਤਕ ਤੇ ਲਿਖਿਆ। ਹੁਣ ਆਏ ਨਹੀਂ ਸਮਝ ਲੈਣਾ ਵੀ ਸਾਡੇ ਮਸਤਕ ਤੇ ਲਿਖਿਆ ਨਹੀਂ, ਲਿਖਿਆ ਹੋਇਆ ਭਾਈ, ਕਿਉਂਕਿ ਗੁਰਬਾਣੀ ਦਾ ਸ਼ਬਦ ਆ, ਮੈਂ ਕੋਲੋਂ ਨਹੀਂ ਕਹਿੰਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਉੱਥੇ ਇਹ ਨਹੀਂ ਲਿਖਿਆ ਵੀ ਫਲਾਨੇ ਦੀ ਮਿਲਣ ਦੀ ਵਾਰੀ ਹੈਗੀ ਆ ਤੇ ਫਲਾਨੇ ਦੀ ਨਹੀਂ ਹੈ। ਭਾਵ ਜਿਹਨੂੰ ਸਰੀਰ ਮਿਲ ਗਿਆ ਉਹਨੂੰ ਮਿਲਾਪ ਦਾ ਸਮਾਂ, ਮੌਕਾ ਹੁਣ। ਤੇ ਮਿਲਣਾ ਕਿਵੇਂ ਆ? ਗੁਰੂ ਦੇ ਦੁਆਰਾ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਬਾਹਰ। ਦੇਵਤੇ ਬਣ ਕੇ ਜਿਉਣਾ, ਕੁਝ ਨਾ ਕੁਝ ਪਹਿਲਾਂ ਪ੍ਰਾਪਤ ਹੋਊ, ਫਿਰ ਵੰਡਾਂਗੇ, ਦੇਵਾਂਗੇ। ਪਕੜ ਦੀ ਜਿੰਨਾ ਚਿਰ ਸਾਡੀ ਪਕੜ ਦੀ ਹਉਮੈ ਦੇ ਵਿੱਚ ਇਹੀ ਸਮਝਾਇਆ ਨਾ, ਪਕੜ ਜਿੰਨਾ ਚਿਰ ਸਾਡੀ ਪਕੜ ਆ, ਲੈਣ ਦੀ ਬਿਰਤੀ, ਉਹਨਾਂ ਚਿਰ ਅਸੀਂ ਨਿਆਣੇਪਣ ਦੇ ਵਿੱਚ ਆ। ਗੁਰਮੁਖ ਪਿਆਰਿਓ, ਅਸੀਂ ਸਿਆਣੇ ਹੋਣਾ, ਸੂਝਵਾਨ ਹੋਣਾ, ਅਸੀਂ ਕੁਝ ਨਾ ਕੁਝ ਦੇਣ ਵਾਲੇ ਬਣਨਾ। ਕਈ ਵਾਰੀ ਮੇਰੇ ਦਿਮਾਗ 'ਚ ਆਉਂਦਾ, ਸਾਡੀ ਮਾਤਾ ਨਾ ਕਈ ਵਾਰੀ ਦਾਣੇ ਭਵਾਉਂਦੀ ਹੁੰਦੀ ਸੀ, ਤੇ ਦਾਣੇ ਭਵਾਉਣੇ, ਹੱਥ ਲਾਓ ਸਾਰੇ ਟੱਬਰ 'ਤੇ। ਉਹ ਮਤਲਬ ਕੀ ਸੀ? ਹੁਣ ਕਈ ਗੱਲਾਂ ਦੀ ਸਮਝ ਆਉਂਦੀ ਆ ਵੀ ਮਤਲਬ ਸੀ ਵੀ ਦਾਨੀ ਬਿਰਤੀ ਹੋ ਜਾਵੇ ਬੱਚਿਆਂ ਦੀ, ਕੁਝ ਨਾ ਕੁਝ ਪ੍ਰਾਪਤ ਕਰੋ ਤੇ ਫਿਰ ਉਸ ਤੋਂ ਬਾਅਦ ਸਮਾਜ ਨੂੰ ਕੁਝ ਦੇਣ ਵਾਲੇ ਬਣੋ। ਤੇ ਕਿਵੇਂ ਹੋਊਗਾ? ਸਾਰਾ ਕੁਝ ਗਿਆਨ ਦੇ ਨਾਲ। ਪਹਿਲਾਂ ਆਪਣੇ ਅੰਦਰਲਾ ਕਾਰਜ ਹੋਊਗਾ, ਇਹ ਜਿਹੜਾ ਵਿਛੋੜਾ ਪਿਆ ਹੋਇਆ ਆਤਮਾ ਤੇ ਪ੍ਰਮਾਤਮਾ ਦਾ, ਇਹ ਹੋਊਗਾ। ਉਦੋਂ ਬਾਅਦ ਵਿਛੋੜੇ ਦੇ ਵਿੱਚੋਂ ਇੱਕ ਨਵਾਂ ਜੀਵਨ ਪ੍ਰਾਪਤ ਹੋਊਗਾ, ਜਿਹਨੂੰ ਕਹਿੰਦੇ ਹੁੰਦੇ ਆ ਸਤਿਗੁਰ ਕਾ ਜਨਮ ਹੈ ਗਬਨ ਮਟਾਇਆ। ਉਹ ਗੁਰਸਿੱਖ ਵਾਲਾ ਜੀਵਨ ਹੋਊਗਾ। ਤੇ ਗੁਰਸਿੱਖ ਤਾਂ ਭਾਈ ਜਿੱਥੇ ਇੱਕ ਵੀ ਹੋਊਗਾ ਵਾਧੂ ਆ, ਜਿਹੜਾ ਗੁਰੂ ਦੀ ਸਿੱਖਿਆ ਤੇ ਆਪ ਵੀ ਚੱਲਦਾ ਤੇ ਹੋਰਾਂ ਨੂੰ ਵੀ ਸਿੱਖਿਆ ਦਿੰਦਾ। ਉਹ ਜਿਹੜਾ, ਕਿਉਂਕਿ ਦੀਵਾ ਤਾਂ ਜਗਿਆ ਹੋਇਆ ਇੱਕੋ ਹੀ ਬਹੁਤ ਹੁੰਦਾ। ਬਸ ਗੱਲ ਇਹ ਹੈ ਵੀ ਅਸੀਂ ਕੋਸ਼ਿਸ਼ ਕਰਨੀ ਹੈ ਬਈ ਉਹ ਜਗੇ ਹੋਏ ਦੀਵੇ ਦੇ ਨਾਲ ਜੁੜ ਕੇ ਗੁਰਬਾਣੀ ਤੱਕ ਪਹੁੰਚਣਾ। ਗੁਰਬਾਣੀ ਇਸ ਜਗ ਮਹਿ ਚਾਨਣ, ਕਰਮ ਵਸੈ ਮਨ ਆਏ। ਸਾਡਾ ਅੰਦਰਲਾ ਕਾਰਜ ਹੋ ਸਕਦਾ, ਅਸੀਂ ਆਨੰਦਿਤ ਜੀਵਨ ਬਤੀਤ ਕਰ ਸਕਦੇ ਹਾਂ। ਗੁਰਮੁਖ ਪਿਆਰੇ, ਜਦੋਂ ਆਪਣਾ ਕਾਰਜ ਹੋ ਗਿਆ ਨਾ, ਕਹਿੰਦੇ ਜੇ ਸਾਨੂੰ ਫਿਕਰ ਆ ਨਾ ਸਮਾਜ ਸੁਧਾਰਨ ਦਾ, ਵੀ ਵਧੀਆ ਹੋਵੇ, ਚੰਗਾ ਹੋਵੇ, ਤਾਂ ਕਹਿੰਦੇ ਆਪਣੇ ਆਪ ਨੂੰ ਸਵਾਰ ਲਓ। ਧਰਤੀ ਤੇ ਇੱਕ ਬੰਦਾ ਤਾਂ ਸਮਝ ਲਓ ਸਵਰ ਗਿਆ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖਣਾ ਲੇਖ, ਆਪਣਾ ਗਿਰੀਵਾਨ ਮਹਿ ਸਿਰ ਨੀਵਾਂ ਕਰ ਦੇਖ। ਗੁਰੂ ਲੜ ਲੱਗੀਏ ਭਾਈ। ਗੁਰੂ ਜੀ ਤੋਂ ਦਵਾਈ ਮਿਲਦੀ ਹੈ ਗਿਆਨ ਦੀ, ਆਤਮਿਕ ਗਿਆਨ ਦੀ। ਉਹਦੇ ਨਾਲ ਹਉਮੈ ਮਰ ਜਾਂਦੀ ਹੈ। ਜਦੋਂ ਹਉਮੈ ਦਾ ਡਿੱਕਾ ਚੱਕਿਆ ਜਾਂਦਾ, ਧਨ ਪਿਰਕਾ ਇੱਕ ਹੀ ਸੰਗ ਵਾਸਾ। ਅੰਦਰੋਂ ਹੀ ਬੰਦਾ ਮਨੁੱਖ ਜੁੜ ਜਾਂਦਾ, ਅੰਦਰੋਂ ਹੀ ਆਨੰਦ ਪ੍ਰਾਪਤ ਹੋ ਜਾਂਦਾ। ਉਹਦਾ ਜੀਵਨ ਵੀ ਫਿਰ ਬਾਹਰਲਾ ਵੀ ਆਨੰਦਿਤ ਹੋ ਜਾਂਦਾ। ਐਸੀ ਗੁਰਬਾਣੀ ਹੈ, ਮਨਮੁਖ ਤੋਂ ਗੁਰਮੁਖ ਬਣਾ ਦਿੰਦੀ ਹੈ ਭਾਈ। ਕਹੋ ਨਾਨਕ ਜਿਸ ਮਸਤਕ ਲਿਖਿਆ। ਗੱਲ ਆਪਾਂ ਇੱਥੇ ਕਰਦੇ ਸੀ ਵੀ ਲਿਖਿਆ ਸਾਰਿਆਂ ਦੇ ਆ, ਉਹ ਲਿਖਿਆ ਉਘਾੜਨਾ, ਉਗੜਦਾ ਇੱਥੇ ਆ। ਸਤ ਸੰਗਤ ਦੇ ਵਿੱਚ ਉਹ ਲੇਖ ਆ ਨਾ ਜਿਹੜਾ, ਉਹ ਮਾਇਆ ਦੇ ਨਾਲ, ਮਾਇਆਵਾਦੀ ਵਿਚਾਰਾਂ ਦੇ ਨਾਲ, ਸੁਣੀਆਂ ਸੁਣਾਈਆਂ ਗੱਲਾਂ ਦੇ ਨਾਲ, ਇਹ ਬਾਹਰਲਾ ਜਿਹੋ ਜਿਹਾ ਸਾਨੂੰ ਮਾਹੌਲ ਮਿਲਦਾ ਉਹਦੇ ਨਾਲ ਉਹ ਲੇਖ ਆ ਜਿਹੜਾ ਮੱਧਮ ਪੈ ਜਾਂਦਾ। ਜਿਵੇਂ ਸੋਨੇ ਦੀ ਮੁੰਦਰ ਨਾਲੀ ਦੇ ਵਿੱਚ ਡਿੱਗ ਪਈ ਹੋਵੇ। ਹੁਣ ਪਤਾ ਆਪਾਂ ਨੂੰ ਵੀ ਮੁੰਦਰ ਸੋਨੇ ਦੀ ਆ, ਨਾਲੀ ਕੋਈ ਗੱਲ ਨਹੀਂ, ਘੜੱਪ ਦੇਣੇ ਹੱਥ ਪਾਵਾਂਗੇ, ਹੱਥ ਧੋਤਾ ਜਾਊ, ਮੁੰਦਰ ਫਿਰ ਸੋਨੇ ਦੀ ਹੈ। ਇਸੇ ਕਰਕੇ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਇਹ ਲੇਖ ਉਘਾੜਨਾ ਭਾਈ, ਇਸੇ ਨੂੰ ਲਿਖਿਆ ਲੇਖ ਕਹਿੰਦੇ ਆ। ਕਹ ਨਾਨਕ, ਪੰਜਵੇਂ ਨਾਨਕ ਜੀ ਸਮਝਾ ਰਹੇ ਹਨ, ਜਿਹੜਾ ਭਾਈ ਸਮਝ ਗਿਆ ਇਸ ਗੱਲ ਨੂੰ, ਜਿਹੜਾ ਗੁਰੂ ਦੇ ਪਿੱਛੇ ਲੱਗ ਗਿਆ, ਉਹ ਗੁਰਸਿੱਖ ਬਣ ਗਿਆ ਭਾਈ। ਗੁਰੂ ਦੀ ਗੱਲ ਨੂੰ ਮੰਨਣਾ ਹੁੰਦਾ। ਮਸਤਕ ਲਿਖਿਆ
ਤਿਸ ਗੁਰ ਮਿਲ ਰੋਗ ਬਿਦਾਰੀ। ਉਹ ਗੁਰੂ ਦੇ ਨਾਲ ਜੁੜ ਜਾਂਦਾ ਹੈ ਤੇ ਗੁਰੂ ਨਾਲ ਮਿਲ ਕੇ ਰੋਗ ਕੱਟਿਆ ਜਾਂਦਾ। ਕਿਹੜਾ ਰੋਗ ਬਿਦਾਰੀ? ਹਉਮੈ ਦਾ। ਹਉਮੈ ਦੇ ਕਾਰਨ ਸੀ ਵਿਛੋੜਾ। ਭਾਈ ਸਾਰੇ ਸ਼ਬਦ ਦਾ ਇੱਕੋ ਹੀ ਅਰਥ ਕੀ ਨਿਕਲਿਆ ਆ ਵੀ ਸਾਡੇ ਅੰਦਰ ਵਿਛੋੜਾ ਪਿਆ ਹੋਇਆ, ਗੁਰੂ ਦੇ ਨਾਲ ਜੁੜ ਕੇ ਉਹ ਵਿਛੋੜਾ ਭਾਈ ਖਤਮ ਹੋ ਜਾਂਦਾ। ਗੁਰਬਾਣੀ ਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਜੀ ਸਾਨੂੰ ਤਾਰ ਲੈਣਗੇ। ਗੁਰੂ ਦੇ ਲੜ ਲੱਗੀਏ, ਗੁਰਬਾਣੀ ਦੇ ਲੜ ਲੱਗੀਏ, ਆਪ ਵੀ ਗੁਰਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ ਤੇ ਹੋਰਾਂ ਕੋਲ ਵੀ ਪ੍ਰਚਾਰ ਜਿੰਨੇ ਜੋਗੇ ਹੈਗੇ ਆ ਇਸ ਗੁਰਬਾਣੀ ਦਾ ਪ੍ਰਚਾਰ ਕਰੀਏ। ਭਾਈ ਸਾਡਾ ਇਹੀ ਸਭ ਤੋਂ ਵੱਡੀ ਮੈਨੂੰ ਤਾਂ ਲੱਗਦਾ ਬਈ ਸਾਡਾ ਇਹ ਜਿਹੜਾ ਸ਼ਬਦ ਦਾ ਲੰਗਰ ਆ ਇਹ ਸਾਰੇ ਚੱਲ ਜਾਵੇ ਤਾਂ ਇਸੇ ਤਰ੍ਹਾਂ ਹੀ ਮੈਨੂੰ ਲੱਗਦਾ ਵੀ ਸ਼ਾਂਤੀ ਦੁਨੀਆ ਦੇ ਉੱਪਰ ਹੋ ਸਕਦੀ ਹੈ। ਮਨੁੱਖ ਜਿਹੜਾ ਉਹ ਖੰਡਾਂ ਬ੍ਰਹਿਮੰਡਾਂ ਦੇ ਮੁਕਾਬਲੇ ਕੁਛ ਵੀ ਨਹੀਂ, ਛੋਟੀ ਜਿਹੀ ਜ਼ਿੰਦਗੀ ਹੈ, ਉਹ ਵੀ ਵਿਚਾਰੇ ਦੀ ਹਉਮੈ ਦਾ ਕਰਕੇ ਬਰਬਾਦ ਹੋ ਜਾਂਦੀ ਹੈ। ਇਸ ਕਰਕੇ ਹਉਮੈ ਤੋਂ ਬਚੀਏ, ਜੀਵਨ ਦਾ ਆਨੰਦ ਮਾਣੀਏ। ਭਾਈ ਗੁਰਬਾਣੀ ਲੜ ਲੱਗੀਏ, ਬਸ ਇਹੀ ਬੇਨਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ 'ਤੇ ਕਿਰਪਾ ਕਰਨ। ਬਸ ਮੇਰੀ ਦਿਲੋਂ ਇਹੀ ਬੇਨਤੀ ਹੈ, ਬਸ ਗੁਰਬਾਣੀ ਲੜ ਲੱਗ ਕੇ ਆਪਣੇ ਅੰਦਰਲਾ ਕਾਰਜ ਆ ਨਾ ਜਿਹੜਾ ਅੰਦਰ ਵਿਛੋੜਾ ਪਿਆ ਹੋਇਆ, ਜਿਹੜਾ ਜਿਹਨੂੰ 84 ਦਾ ਗੇੜ ਕਹਿੰਦੇ ਆ, ਉਹ ਆਪਣੇ ਹੱਥੀਂ ਹੁਣ ਖਤਮ ਕਰਨ ਦਾ ਮੌਕਾ। ਗੁਰੂ ਲੜ ਲੱਗੀਏ ਤੇ ਆਪਣੇ ਅੰਦਰਲਾ ਕਾਰਜ ਕਰ ਲਈਏ। ਇਹ ਦੁਆਈ ਆਤਮਿਕ ਗਿਆਨ ਦੀ ਗੁਰੂ ਤੋਂ ਲੈ ਲਈਏ। ਬਸ ਇਹੀ ਬੇਨਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ, ਚੜ੍ਹਦੀਆਂ ਕਲਾਂ ਬਖਸ਼ਣ। ਬਸ ਮੁਸ਼ਕਿਲ ਥੋੜ੍ਹੀ ਬਹੁਤੀ ਜ਼ਰੂਰ ਹੋ ਸਕਦੀ ਹੈ, ਨਾਮੁਮਕਿਨ ਕੋਈ ਵੀ ਕੰਮ ਨਹੀਂ ਹੁੰਦਾ। ਗੁਰੂ ਦੇ ਲੜ ਲੱਗ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਜਾਂ ਆਤਮਾ ਅਤੇ ਪ੍ਰਮਾਤਮਾ ਦਾ ਮਿਲਾਪ ਸੌਖੇ ਢੰਗ ਨਾਲ ਹੋ ਸਕਦਾ। ਇਸ ਕਰਕੇ ਗੁਰੂ ਲੜ ਲੱਗੀਏ ਭਾਈ। ਬਸ ਇਹੀ ਬੇਨਤੀ ਹੈ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।